ਗੱਡੀ ਦੇ ਅੱਗੇ ਬੈਠ ਕੇ ਗੱਡੀ ਰੋਕਣ ਵਾਸਤੇ ਕਿ ਸਾਡੇ ਪ੍ਰਾਣ ਬੇਸ਼ੱਕ ਚਲੇ ਜਾਣ, ਪਰ ਅਸੀਂ ਪ੍ਰਸ਼ਾਦਾ ਛਕੇ ਬਿਨਾਂ ਨਹੀਂ ਜਾਣ ਦੇਣਾ ਕਿਸੇ ਨੂੰ। ਦੋਨੋਂ ਜਾਣੇ ਗੱਡੀ ਦੇ ਅੱਗੇ ਲੇਟ ਗਏ। ਸ਼ਹੀਦ ਹੋ ਗਏ ਭਾਈ ਕਰਮ ਸਿੰਘ ਤੇ ਪ੍ਰਤਾਪ ਸਿੰਘ। ਪਰ ਗੁਰੂ ਕੀ ਸੰਗਤ ਨੂੰ ਪ੍ਰਸ਼ਾਦਾ ਛਕੇ ਬਿਨਾਂ ਨਹੀਂ ਜਾਣ ਦਿੱਤਾ। ਉਹਨਾਂ ਦਿਨਾਂ ਵਿੱਚ ਦਿੱਲੀ ਦੇ ਤਖਤ ਤੇ ਅੰਗਰੇਜ਼ ਵਾਇਸਰਾਏ ਲਾਰਡ ਹਾਰਡਿੰਗ ਬੈਠਾ ਸੀ। ਉਹਨੇ ਪੁੱਛਿਆ ਕਿ ਜਿਹੜਾ ਸਾਕਾ ਪੰਜਾ ਸਾਹਿਬ ਹੋਇਆ, ਕਿਉਂਕਿ ਸਾਰਾ ਪੰਜਾਬ ਸੀ ਉਦੋਂ, ਇਹਦੀ ਪ੍ਰੇਰਨਾ ਕੌਣ ਕਰਦਾ? ਕਿਸੇ ਨੇ ਕਹਿ ਦਿੱਤਾ ਮਸਤੂਆਣੇ ਦੀ ਧਰਤੀ ਤੇ ਆਤਰ ਸਿੰਘ ਹੈ, ਤੇ ਉਹ ਕਹਿੰਦਾ ਲੰਗਰ ਚਲਾਓ, ਭੁੱਖਿਆਂ ਨੂੰ ਰੋਟੀ ਛਕਾਓ, ਗਰੀਬਾਂ ਦੇ ਤਨ ਢਕੋ। ਇਹ ਸਾਰੀ ਪ੍ਰੇਰਨਾ ਉਹਦੀ ਹੈ। ਕਹਿੰਦੇ ਲਾਰਡ ਹਾਰਡਿੰਗ ਨੇ ਮੂੰਹੋਂ ਕਿਹਾ ਗਿਆ ਇਹੋ ਜਿਹੇ ਦੇ ਗੋਲੀ ਮਾਰ ਦੇਣੀ ਚਾਹੀਦੀ ਹੈ। ਸੰਤ ਮਹਾਰਾਜ ਵਾਸਤੇ ਗੋਲੀ ਦਾ ਆਰਡਰ ਲਿਖਤਾ ਸੀ। ਮਹਾਰਾਜਾ ਭੁਪਿੰਦਰ ਸਿੰਘ ਪਟਿਆਲੇ ਵਾਲਾ ਸੰਤਾਂ ਦਾ ਸੇਵਕ ਸੀ, ਉੱਠ ਕੇ ਖੜਾ ਹੋ ਗਿਆ। ਕਹਿੰਦਾ ਵਾਇਸਰਾਏ ਸਾਹਿਬ, ਇਹ ਨਹੀਂ ਹੋਣਾ ਚਾਹੀਦਾ। ਮੇਰੀ ਰਿਆਸਤ ਦਾ ਸੰਤ ਹੈ ਬਾਬਾ ਆਤਰ ਸਿੰਘ, ਤੇ ਗੋਲੀ ਦਾ ਆਰਡਰ ਨਹੀਂ ਕਰਨਾ ਚਾਹੀਦਾ। ਮੇਰੀ ਜ਼ਿੰਮੇਵਾਰੀ ਹੈ, ਸੰਤ ਕੋਈ ਐਸਾ ਕੰਮ ਨਹੀਂ ਕਰਦੇ। ਜ਼ਿੰਮੇਵਾਰ ਹੋ ਗਿਆ ਤੇ ਮਨ ਵਿੱਚ ਸ਼ੰਕਾ ਵੀ ਹੋ ਗਈ ਕਿ ਮਨਾ ਤੂੰ ਆਪਦੇ ਬਿੱਤ ਤੋਂ ਵੱਡਾ ਕੰਮ ਕਰ ਬੈਠਾ। ਮਹਾਂਪੁਰਖ ਤਾਂ ਬੇਪਰਵਾਹ ਨੇ, ਤੂੰ ਸਾਧੂਆਂ ਦੀ ਕਾਹਦੀ ਜ਼ਿੰਮੇਵਾਰੀ ਲਵੇਂਗਾ? ਮਹਾਂਪੁਰਖਾਂ ਸਤਪੁਰਸ਼ਾਂ ਦੀ ਜ਼ਿੰਮੇਵਾਰੀ ਤੂੰ ਕੀ ਲੈ ਸਕਦਾ ਹੈ? ਉਹ ਫਿਰ ਸ਼੍ਰੀ ਮਸਤੂਆਣਾ ਸਾਹਿਬ ਆਇਆ, ਸੰਤ ਮਹਾਰਾਜ ਦੇ ਚਰਨਾਂ ਵਿੱਚ ਆਇਆ। ਜਦ ਚਰਨਾਂ ਤੇ ਮੱਥਾ ਟੇਕਣ ਲੱਗਿਆ ਨਾ, ਸੀਸ ਰੱਖ ਕੇ, ਨੇਤਰਾਂ 'ਚ ਜਲ ਆ ਗਿਆ। ਔਰ ਮਹਾਂਪੁਰਸ਼ ਪੁੱਛਣ ਲੱਗੇ ਰਾਜਨ ਰੋਣਾ ਹੈ? ਕਹਿੰਦਾ ਮਹਾਂਪੁਰਖੋ ਆਪਦੇ ਬਿੱਤ ਤੋਂ ਵੱਡਾ ਕੰਮ ਕਰ ਬੈਠਿਆ। ਭਾਈ ਕੀ ਕੰਮ ਕਰ ਬੈਠਿਆ? ਮਹਾਰਾਜ ਮੈਂ ਤੁਹਾਡਾ ਜ਼ਿੰਮੇਵਾਰ ਹੋ ਗਿਆ, ਤੁਹਾਨੂੰ ਗੋਲੀ ਦਾ ਆਰਡਰ ਸੀ। ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਆਪਣੇ ਰੰਗ ਵਿੱਚ ਆਏ ਹੋਏ ਕਹਿੰਦੇ ਓਏ ਰਾਜਿਆ, ਜਾ ਤੈਂ ਤਾਂ ਸਾਡੀ ਇੱਥੇ ਜ਼ਿੰਮੇਵਾਰੀ ਲਈ ਹੈ, ਅਸੀਂ ਤੇਰੀ ਦਰਗਾਹ 'ਚ ਜ਼ਿੰਮੇਵਾਰੀ ਲਵਾਂਗੇ। ਕਿਉਂਕਿ 360 ਤੋਂ ਜ਼ਿਆਦਾ ਸ਼ਾਦੀਆਂ ਕਰਾਈਆਂ ਸੀ, ਇਹ ਆਸ ਬੰਦਾ ਸੀ। ਸੰਤ ਮਹਾਰਾਜ ਦੀ ਸੰਗਤ ਵਿੱਚ ਆਇਆ, ਮਹਾਂਪੁਰਖਾਂ ਨੇ ਸੰਗਤ ਨੇ ਤਾਰ ਦਿੱਤਾ। ਔਰ ਸੰਤ ਮਹਾਰਾਜ ਨੇ ਬਚਨ ਵੀ ਕੀਤਾ ਸੀ ਅਸੀਂ ਤੇ ਤੋਂ ਪਹਿਲਾਂ ਚਲੇ ਜਾਣਾ, ਜਦ ਤੇਰਾ ਅੰਤਮ ਸਮਾਂ ਆਵੇ ਤੂੰ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੇ ਦਰਸ਼ਨ ਕਰੀਂ ਬੁਲਾ ਕੇ। ਉਹਨਾਂ ਤੋਂ ਸ਼੍ਰੀ ਜਪਜੀ ਸਾਹਿਬ ਦਾ ਪਾਠ ਸੁਣੀ, ਤੇਰੀ ਮੁਕਤੀ ਹੋਏਗੀ। ਮਹਾਰਾਜਾ ਭੁਪਿੰਦਰ ਸਿੰਘ ਨੂੰ ਸੰਤ ਬਾਬਾ ਆਤਰ ਸਿੰਘ ਜੀ ਨੇ ਪਹਿਲਾਂ ਬਚਨ ਕਰ ਦਿੱਤਾ ਸੀ, ਵਾਅਦਾ ਦੇ ਦਿੱਤਾ ਸੀ। ਇੱਥੇ ਸਤਿਗੁਰ ਕਹਿੰਦੇ ਨੇ ਇਹ ਹੁੰਦਾ ਸੰਬੰਧ ਜਿਹੜਾ ਦਰਗਾਹ 'ਚ ਨਿਭੇ। ਆ ਦੁਨੀਆ ਵਾਲੇ ਕਾਹਦੇ ਸੰਬੰਧ ਨੇ? ਅਸੀਂ ਇਹਦੇ ਵਿੱਚ ਫਸ ਗਏ। ਮਹਾਰਾਜ ਕਹਿੰਦੇ ਨੇ ਤੈਨੂੰ ਅਸਲੀ ਸੰਬੰਧ ਦੀ ਪਹਿਚਾਣ ਨਹੀਂ ਰਹੀ। ਹੁਣ ਅੱਗੇ ਸਤਿਗੁਰ ਕਹਿੰਦੇ ਢੂੰ ਢੱਡਾ ਢੂੰਡਤ ਕਹਾਂ ਫਿਰੋ, ਢੂੰਡਣ ਆ ਮਨ ਮਾਹੀ। ਅਸਲੀ ਸੰਬੰਧੀ ਜੇ ਭਾਲਣਾ ਹੈ ਨਾ, ਬਾਹਰੋਂ ਨਹੀਂ ਭਾਲਣ ਦੀ ਲੋੜ ਹੈ। ਉਹ ਸਾਡੇ ਅੰਦਰੇ ਬੈਠਾ, ਬਸ ਅਸੀਂ ਉਹਦੇ ਨਾਲ ਸੰਬੰਧ ਨਹੀਂ ਜੋੜਿਆ ਪਰਮਾਤਮਾ ਨਾਲ। ਸਾਤੋਂ ਦੂਰ ਨਹੀਂ ਹੈ ਪਰਮੇਸ਼ਰ। ਅਸੀਂ ਬਾਹਰਲੇ ਸੰਬੰਧ ਭਾਲਦੇ ਫਿਰਦਿਆਂ ਕੋਈ ਚੰਗਾ ਸੰਬੰਧੀ ਮਿਲ ਜੇ। ਆ ਰਿਸ਼ਤੇ ਕਰਨੇ ਹੁੰਦੇ ਨੇ ਨਾ ਜਦ ਧੀਆਂ ਪੁੱਤਰਾਂ ਦੇ, ਅਸੀਂ ਭਾਲਦੇ ਫਿਰਦੇ ਹਾਂ ਚੰਗਾ ਸੰਬੰਧ ਜੁੜੇ, ਫਿਰ ਸਾਰਾ ਕੁਛ ਦੂਰ ਥਾਈਂ ਪਤਾ ਲੈਂਦੇ ਹਾਂ। ਚਲੋ ਹੁੰਦਾ ਹੈ, ਸੰਸਾਰੀ ਵਿਹਾਰੀ ਕਾਰ ਭਾਈ ਕਰਨੇ ਚਾਹੀਦੇ ਨੇ, ਠੱਗੀ ਦਾ ਯੁੱਗ ਹੈ, ਜ਼ਮਾਨੀ ਐਸਾ ਹੈ। ਪਰ ਕਦੇ ਅੰਦਰਲਾ ਸੰਬੰਧ ਵੀ ਜੋੜਿਆ ਕਰੋ। ਇੱਕ ਸੰਬੰਧੀ ਸਾਡੇ ਅੰਦਰ ਬੈਠਾ ਵਾਹਿਗੁਰੂ,
ਉਹ ਮਨ ਵਿੱਚ ਹੈ, ਅਸੀਂ ਉਹਨੂੰ ਬਾਹਰੋਂ ਭਾਲਦੇ ਫਿਰਦੇ ਹਾਂ। ਅੱਗੇ ਤਾਂ ਹੀ ਤਾਂ ਸਤਿਗੁਰੂ ਜੀ ਫਿਰ ਸਮਝਾਉਂਦੇ ਹੋਏ ਕਹਿੰਦੇ ਨੇ, ਸੰਗ ਤੁਹਾਰੈ ਪ੍ਰਭ ਵਸੈ ਬਨ ਬਨ ਕਹਾਂ ਫਿਰਾਹੇ। ਕਿਉਂ ਫਿਰਦਾ ਭਟਕਦਾ ਭਾਲਦਾ? ਉਹ ਤਾਂ ਤੇਰੇ ਨਾਲ ਹੀ ਵਸਦਾ, ਬਸ ਤੇਰੀ ਦੇਖਣ ਵਾਲੀ ਦ੍ਰਿਸ਼ਟੀ ਇਹ ਨਹੀਂ ਹੈ। ਤੂੰ ਕਦੇ ਅੰਦਰ ਝਾਤ ਮਾਰੀਏ ਨਹੀਂ। ਫਿਰ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੁੱਛੇ, ਸਤਿਗੁਰ ਫਿਰ ਮੈਨੂੰ ਉਹ ਦੇਖਣਾ ਕਿਵੇਂ ਆਊਗਾ? ਜਿਹੜਾ ਅੰਦਰ ਬੈਠਾ ਹੈ ਉਹਨੂੰ ਦੇਖਣ ਦੀ ਵੀ ਕੋਈ ਜੁਗਤੀ ਹੋਊਗੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜੁਗਤੀ ਤਾਂ ਹੈਗੀ, ਪਰ ਉਹ ਰੱਬ ਦੇ ਪਿਆਰਿਆਂ ਦੇ ਹੱਥ ਵਿੱਚ ਹੈ। ਉਹ ਜੁਗਤੀ ਜਿਹੜਾ ਤਾਲਾ ਲੱਗਿਆ ਹੋਇਆ ਨਾ ਸਾਡੇ ਅੰਦਰ ਜਿੰਦਾ, ਉਹਦੀ ਕੁੰਜੀ ਪ੍ਰਮਾਤਮਾ ਨੇ ਸਾਧੂਆਂ ਦੇ ਹੱਥ ਰੱਖੀ ਹੈ। ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ। ਉਹ ਸਾਧੂਆਂ ਕੋਲੋਂ ਮਿਲੂ ਤੈਨੂੰ ਜੁਗਤੀ। ਮੁਕਤ ਭੁਗਤ ਜੁਗਤ ਸੱਚ ਨਾਉ। ਸੱਚੇ ਪਾਤਸ਼ਾਹ ਫਿਰ ਸਾਧੂਆਂ ਕੋਲੋਂ ਕਿਵੇਂ ਪ੍ਰਾਪਤ ਕਰਾਂ? ਮੰਗਣ ਦਾ ਵੀ ਢੰਗ ਹੁੰਦਾ ਨਾ। ਜਦੋਂ ਆਪਾਂ ਕਿਸੇ ਨੂੰ ਕਿਸੇ ਕੋਲ ਭੇਜਦੇ ਹਾਂ, ਫਿਰ ਦੱਸਦੇ ਹਾਂ ਵੀ ਉੱਥੇ ਐਂ ਜਾਈ, ਐਂ ਬੁਲਾਈ, ਐਂ ਮੰਗੀ, ਤੈਨੂੰ ਚੀਜ਼ ਮਿਲ ਜੂਗੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਚਲਿਆ ਜਾਈ, ਗੁਰਮੁਖਾਂ ਦੀ, ਔਰ ਉੱਥੇ ਜਾ ਕੇ ਆਪਣੇ ਹੰਕਾਰ ਦੀ ਢੇਰੀ ਪਹਿਲਾਂ ਢਾਹ ਦੀ। ਹਉਮੈ ਨਾ ਨਾਲ ਲੈ ਕੇ ਜਾਈ ਸੰਗਤ ਵਿੱਚ। ਸਾਧੂਆਂ ਕੋਲੇ ਜਦ ਵੀ ਜਾਓ, ਰੱਬ ਦੇ ਪਿਆਰਿਆਂ ਕੋਲੇ ਆਪਦਾ ਅਭਿਮਾਨ ਛੱਡ ਕੇ ਜਾਓ। ਤੁਲਸੀ ਸੰਤਨ ਕੋ ਮਿਲਣੇ ਜਾਈਐ ਤਜ ਮਾਇਆ ਅਭਿਮਾਨ। ਜਿਉਂ ਜਿਉਂ ਪਗ ਆਗੇ ਧਰੇ ਫਲ ਕੋਟਕ ਯੱਗ ਸਮਾਨ। ਜੇ ਹੰਕਾਰ ਛੱਡ ਕੇ ਜਾਵੇ ਨਾ ਸਤਿਪੁਰਸ਼ਾਂ ਕੋਲੇ ਆਪਦੀ ਹਉਮੈ, ਇੱਕ ਇੱਕ ਕਦਮ ਦਾ ਇੱਕ ਇੱਕ ਅਸ਼ਮੇਧ ਯੱਗ ਦਾ ਫਲ ਮਿਲਦਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਢੇਰੀ ਢਾਹੋ, ਪਹਿਲਾਂ ਹਉਮੈ ਦੀ ਢੇਰੀ ਲਾ ਦੇ, ਛੱਡ ਦੇ ਹੰਕਾਰ, ਫਿਰ ਜਾ ਸਾਧੂਆਂ ਦੀ ਸੰਗਤ ਵਿੱਚ। ਨਹੀਂ, ਜਿਹੜੀ ਤੂੰ ਹੰਕਾਰ ਦੀ ਪੰਡ ਚੁੱਕੀ ਫਿਰਦਾ, ਇਹ ਵਿਕਰਾਲ ਹੈ, ਬਹੁਤ ਵੱਡੀ, ਬਹੁਤ ਭੈੜੀ। ਅਹੰ ਬੁੱਧ ਵਿਕਰਾਲ। ਸਾਡੇ ਅੰਦਰ ਸਾਡੀ ਹਉਮੈ ਨੂੰ ਚਿੰਬੜਿਆ, ਹਉਮੈ ਦਾ ਰੋਗ ਸਾਡੀ ਬੁੱਧੀ ਨੂੰ ਚਿੰਬੜਿਆ ਹੋਇਆ, ਸਾਡੇ ਮਨ ਨੂੰ ਚਿੰਬੜਿਆ ਹੋਇਆ ਹੰਕਾਰ ਦਾ ਰੋਗ ਵਿਕਰਾਲ। ਤੇ ਸਤਿਗੁਰ ਕਹਿੰਦੇ, ਭਾਈ ਤੂੰ ਇਹਨੂੰ ਛੱਡ ਜੀ। ਆਪਦੇ ਘਰ ਵਿੱਚ ਤੂੰ ਅਮੀਰ ਹੈ, ਤੂੰ ਵੱਡਾ ਹੈ, ਤੂੰ ਵੱਡਾ ਅਹੁਦੇਦਾਰ ਹੈ, ਤੂੰ ਰਾਜਾ ਹੈ, ਕੁਛ ਵੀ ਹੋ ਸਕਦਾ ਹੈ, ਪਰ ਜਦ ਸਾਧੂਆਂ ਦੀ ਸੰਗਤ ਵਿੱਚ ਜਾਵੇ, ਉੱਥੇ ਨਿਮਾਣਾ ਤੇ ਨਿਤਾਣਾ ਹੋ ਕੇ ਜਾਵੇ। ਗੁਰੂ ਦੀ ਸੰਗਤ ਵਿੱਚ ਜਾਵੇ, ਨਿਮਾਣਾ ਬਣ ਕੇ ਜਾਵੇ। ਜਦ ਹਉਮੈ ਛੱਡ ਕੇ ਜਾਵੇਗਾ, ਮਹਾਰਾਜ ਕਹਿੰਦੇ, ਸੁਖ ਪਾਵੋਂ ਸਹਿਜੇ ਵਸੋਂ। ਫਿਰ ਸੁਖ ਮਿਲੂਗਾ। ਫਿਰ ਆਤਮਾ ਜਿਹੜੀ ਭਟਕ ਰਹੀ ਹੈ, ਤੜਫ ਰਹੀ ਹੈ, ਇਹਦੇ ਵਿੱਚ ਕੁਛ ਸਹਿਜ ਆਜੂ। ਤੇ ਦੂਸਰਾ ਵਚਨ ਸਤਿਗੁਰ ਕਹਿੰਦੇ, ਦਰਸ਼ਨ ਦੇਖ ਨਿਹਾਲ। ਬਸ ਫਿਰ ਅੰਦਰੋਂ ਤੈਨੂੰ ਦਰਸ਼ਨ ਹੋਣਗੇ ਪਰਮੇਸ਼ਰ ਦੇ, ਤੈਨੂੰ ਸਾਧੂ ਜੁਗਤੀ ਦੱਸਣਗੇ। ਜਾਈ ਹਉਮੈ ਛੱਡ ਕੇ। ਕਈ ਵਾਰ ਇਹ ਹੁੰਦਾ ਹੈ, ਅਸੀਂ ਸਾਧੂਆਂ ਦੀ ਸੰਗਤ 'ਚ ਤਾਂ ਗੁਰਮੁਖ ਹੋ ਜਾਂਦੇ ਹਾਂ, ਮਹਾਂਪੁਰਸ਼ਾਂ ਦੇ ਨੇੜੇ ਤਾਂ ਲੱਗਦੇ ਹਾਂ, ਪਰ ਹਉਮੈ ਨਹੀਂ ਛੱਡਦੇ। ਸਾਨੂੰ ਕਾਹਲ ਹੁੰਦੀ ਹੈ ਪ੍ਰਾਪਤੀ ਕਰਨ ਦੀ, ਵੀ ਛੇਤੀ ਕੁਛ ਮਿਲ ਜੇ, ਛੇਤੀ ਪ੍ਰਾਪਤੀ ਦੀ। ਉਹ ਜਿਹੜੀ ਸਾਡੀ ਸੇਵਾ ਹੈ ਨਾ, ਉਹ ਸੇਵਾ ਥੋੜ੍ਹੀ, ਮੰਗਣ ਬਹੁਤਾ। ਬਸ ਮੰਗਦੇ ਵਾਧਾ, ਸੇਵਾ ਥੋੜ੍ਹੀ ਹੁੰਦੀ ਹੈ, ਤਾਂ ਹੀ ਪ੍ਰਾਪਤੀ ਨਹੀਂ ਹੁੰਦੀ। ਥੇਲੀ ਦੇ ਕੇ ਹਵੇਲੀ ਮੰਗਣ ਵਾਲੀ ਗੱਲ। ਅਸੀਂ ਸਾਧੂਆਂ ਦੀ ਸੰਗਤ ਵਿੱਚ ਤਾਂ ਜਾਂਦੇ ਹਾਂ, ਪਰ ਸਾਡਾ ਹਿਰਦਾ ਨਹੀਂ ਮੰਨ ਰਿਹਾ ਹੁੰਦਾ। ਜਿਵੇਂ ਕਹਿੰਦੇ, ਇੱਕ ਮਹਾਂਪੁਰਖਾਂ ਦੇ ਕੋਲੇ ਕੋਈ ਬੰਦਾ ਆ ਗਿਆ,
ਤੇ ਆ ਕੇ ਬੇਨਤੀ ਕਰਕੇ ਕਹਿੰਦਾ, ਮਹਾਰਾਜ ਸੰਤ ਜੀ, ਦੁਨੀਆ ਕਹਿੰਦੀ ਹੈ ਸਾਧੂ ਰੱਬ ਨਾਲ ਮਿਲਾ ਦਿੰਦੇ ਨੇ। ਮਹਾਂਪੁਰਖ ਕਹਿੰਦੇ, ਭਾਈ ਇਹ ਤਾਂ ਵਿਧਾਨ ਹੈ, ਸਾਧੂ ਦਾ ਕਰਮ ਹੀ ਇਹ ਹੈ, ਆਪ ਜੁੜਨਾ ਤੇ ਹੋਰਾਂ ਨੂੰ ਜੋੜਨਾ ਪਰਮਾਤਮਾ ਨਾਲ। ਉਹ ਕਹਿੰਦਾ, ਸੰਤ ਜੀ ਫਿਰ ਮੈਨੂੰ ਮਿਲਾ ਦਿਓ ਛੇਤੀ ਛੇਤੀ ਰੱਬ। ਮਨ 'ਚ ਕੀ ਹੈ, ਜੇ ਸੰਤਾਂ ਨੇ ਛੇਤੀ ਰੱਬ ਮਿਲਾਤਾ, ਰੱਬ ਤੋਂ ਖਾਸੇ ਸਾਰੇ ਤਾਂ ਪੈਸੇ ਮੰਗ ਲੂੰ। ਛੇਤੀ ਛੇਤੀ ਕਹਿ ਦੂੰ ਵੀ ਮੈਨੂੰ ਤਾਂ ਰੱਬਾ ਕਰ ਦੇ ਪੂਰਾ ਅਮੀਰ, ਜਿਹੜੇ ਗੁਆਂਢੀ ਨੇ ਇਹਨਾਂ ਨੂੰ ਲਾ ਦੇ ਮੰਗਣ। ਆਹੀ ਕੁਛ ਆ ਸਾਡੇ 'ਚ, ਹੋਰ ਹੈ ਤਾਂ ਹੈ ਨਹੀਂ। ਆਪ ਨੂੰ ਸਲਾਉਣਾ, ਦੂਜੇ ਨੂੰ ਵਗਾਉਣਾ, ਆਪ ਨੂੰ ਸੁੱਖ, ਦੂਜੇ ਖਾਤਰ ਦੁੱਖ, ਇਹੀ ਕੁਛ ਮੰਗਦੇ ਹਾਂ ਅਸੀਂ। ਸੰਤਾਂ ਨੇ ਦੇਖਿਆ ਵੀ ਬਹੁਤ ਕਾਹਲ ਹੈ ਰੱਬ ਨੂੰ ਮਿਲਣ ਨੂੰ। ਉਹ ਕਹਿੰਦੇ, ਭਾਈ ਕੋਈ ਨਹੀਂ, ਰੱਬ ਮਿਲਾ ਦਿਆਂਗੇ, ਪਰ ਸਾਡੀ ਇੱਕ ਸ਼ਰਤ ਮੰਨੇਗਾ? ਕਹਿੰਦਾ, ਜੀ ਰੱਬ ਮਿਲਾ ਦਿਓ, ਬਸ ਜਿਵੇਂ ਕਹੋਗੇ ਮੰਨੂ। ਇਹ ਆਮ ਅਸੀਂ ਦੁਨੀਆ ਦੇ ਲੋਕ ਕਹਿੰਦੇ ਹੋ, ਬਸ ਜਿਵੇਂ ਤੁਸੀਂ ਕਹੋਗੇ ਤੁਹਾਡਾ ਹੀ ਹਾਂ। ਜਦੋਂ ਬਣਨਾ ਪੈਂਦਾ ਉਦੋਂ ਪਤਾ ਲੱਗਦਾ ਵੀ ਬਣਦਾ ਕਿ ਨਾ ਬਣਦਾ, ਕਿ ਗੱਲਾਂ ਬਾਤਾਂ ਹੀ ਨੇ। ਜਦ ਪੇਪਰ ਪੈਂਦਾ ਫੇਰ ਪਰਖ ਹੁੰਦੀ ਹੈ, ਕਹਿਣ ਨੂੰ ਤਾਂ ਸਾਰੇ ਹੁੰਦੇ ਨੇ। ਮਹਾਂਪੁਰਖ ਕਹਿੰਦੇ, ਭਾਈ ਉਹ ਸਾਹਮਣੇ ਖੂਹ ਹੈ, ਅਸੀਂ ਖੂਹ 'ਚੋਂ ਪਾਣੀ ਕੱਢਾਂਗੇ, ਤੈਂ ਸਾਡੇ ਕੋਲੇ ਖੜਨਾ, ਬੋਲਣਾ ਨਹੀਂ, ਚੁੱਪ ਕਰਕੇ ਖੜਨਾ, ਪਾਣੀ ਅਸੀਂ ਕੱਢਣਾ। ਕਹਿੰਦਾ, ਜੀ ਬੜੀ ਚੰਗੀ ਗੱਲ ਹੈ, ਤੁਸੀਂ ਪਾਣੀ ਕੱਢਣਾ, ਤੁਸੀਂ ਰੱਸਾ ਖਿੱਚਣਾ, ਮੇਰਾ ਕੀ ਜਾਂਦਾ, ਮੈਂ ਖੜਾ ਰਹੂੰ। ਚਲੇ ਗਏ ਮਹਾਂਪੁਰਖ, ਖੂਹ ਦੇ ਲਵੇ ਲੈ ਗਏ। ਖੂਹ ਦੇ ਵਿੱਚ ਬਾਲਟੀ ਸਿੱਟੀ, ਲੱਜ ਬੰਨੀ ਹੋਈ ਹੈ, ਰੱਸਾ। ਜਦ ਥੱਲੇ ਪਾਣੀ ਵਿੱਚੋਂ ਜਾ ਕੇ ਉੱਪਰ ਖਿੱਚੀ, ਕੀ ਦੇਖਦਾ, ਉਹ ਬਾਲਟੀ 'ਚ ਥੱਲਾ ਨਹੀਂ ਹੈ, ਪਾਣੀ ਨਹੀਂ ਖੜ ਰਿਹਾ। ਸੰਤ ਬਾਲਟੀ ਸਿੱਟ ਦਿਆ ਕਰਨ, ਖਿੱਚ ਲਿਆ ਕਰਨ, ਘੰਟਾ ਅੱਧਾ ਘੰਟਾ ਚੱਲੀ ਗਿਆ। ਉਹਦਾ ਮਨ ਮੰਨਣੋਂ ਹਟ ਗਿਆ। ਕਹਿੰਦਾ, ਮੈਂ ਤਾਂ ਸਮਝਦਾ ਸੀ ਸਾਧੂ ਹੈ ਤਾਂ ਕੋਈ ਪਾਗਲ ਬੰਦਾ। ਹਿੱਲ ਗਿਆ ਮਨ। ਸਮਝੋ ਇਸ ਗੱਲ ਨੂੰ, ਇਹ ਸਾਡੇ 'ਤੇ ਲਾਗੂ ਹੁੰਦੀ ਹੈ, ਸਾਰਿਆਂ 'ਤੇ। ਅਰ ਕੋਈ ਵੀ ਬਾਹਰ ਨਹੀਂ, ਤੁਸੀਂ ਤੇ ਮੈਂ ਸਾਰੇ ਵਿੱਚ ਹੀ ਹਾਂ, ਇਨਲਿਸਟੇ ਹਾਂ, ਬਾਹਰ ਨਹੀਂ ਹਾਂ। ਅਸੀਂ ਸੰਤਾਂ ਮਹਾਂਪੁਰਖਾਂ ਦੇ ਕੋਲ ਜਾਂਦੇ ਹਾਂ, ਜਦੋਂ ਸਾਡੇ 'ਤੇ ਜੁਗਤੀ ਵਰਤ ਕੇ ਕੱਚਾ ਪੱਕਾ ਪਰਖਦੇ ਨੇ, ਫਿਰ ਅਸੀਂ ਫੇਲ ਹੋ ਜਾਂਦੇ ਹਾਂ। ਕੋਈ ਕੋਈ ਹੁੰਦਾ ਜਿਹੜਾ ਪਾਸ ਹੁੰਦਾ। ਜਦ ਘੰਟਾ ਕੁ ਹੋਇਆ, ਅੱਧੇ ਘੰਟੇ ਤੋਂ ਉੱਪਰ ਲੰਘਿਆ ਸਮਾਂ, ਸੰਤ ਬਾਲਟੀ ਸਿੱਟ ਦੇਣ, ਖਿੱਚ ਦੇਣ। ਉਹ ਹੱਥ ਬੰਨ੍ਹ ਕੇ ਕਹਿੰਦਾ, ਬਾਬਾ ਜੀ ਮੈਂ ਨਹੀਂ ਰੱਬ ਨੂੰ ਮਿਲਣਾ। ਸੰਤ ਕਹਿੰਦੇ, ਭਾਈ ਦੇਖ ਲੈ, ਅਸੀਂ ਤਾਂ ਸੁਨੇਹਾ ਲਾਤਾ ਸੀ ਵੀ ਪਰਮਾਤਮਾ ਇਹਨੂੰ ਦਰਸ਼ਨ ਦੇ, ਤੇਰੀ ਮੌਜ ਆ ਨਹੀਂ ਦਰਸ਼ਨ ਕਰਨੇ ਤਾਂ। ਚਲਿਆ ਗਿਆ। ਰਾਹ ਵਿੱਚ ਜਾਂਦੇ ਜਾਂਦੇ ਦਾ ਫੇਰ ਮਨ ਵਿਗੜ ਗਿਆ। ਕਹਿੰਦਾ, ਖਬਰ ਸੰਤ ਮਿਲਾਈ ਦਿੰਦੇ, ਆਪਾਂ ਐਵੇਂ ਬੋਲੇ। ਜਦ ਘੰਟਾ ਖੜੇ ਰਹੇ ਸੀ, ਅੱਧਾ ਘੰਟਾ ਹੋਰ ਖੜ ਜਾਂਦੇ, 20 ਮਿੰਟ, ਖਬਰ ਗੱਲ ਬਣੇ ਜਾਂਦੀ ਕੁਛ। ਮੁੜ ਆਇਆ, ਮਹਾਰਾਜ ਅੱਜ ਕਿਰਪਾ ਕਰੋ, ਰੱਬ ਮਿਲਾਓ। ਜਿੰਨਾ ਚਿਰ ਤੁਸੀਂ ਪਾਣੀ ਕੱਢੋਗੇ ਮੈਂ ਨਹੀਂ ਬੋਲਦਾ। ਮੇਰੇ ਕੰਨਿਓ 4 ਘੰਟੇ ਕੱਢੀ ਜਾਓ, 5 ਘੰਟੇ ਕੱਢੋ। ਮਹਾਂਪੁਰਖ ਕਹਿੰਦੇ, ਭਾਈ ਹੁਣ ਤਾਂ ਕੱਲ੍ਹ ਵਾਲੀਆਂ ਗੱਲਾਂ ਕੱਲ੍ਹ ਹੀ ਸੀ, ਉਹ ਜ਼ਮਾਨੇ ਲੱਧ ਗਏ। ਪਰ ਐਂ ਦੱਸ, ਭਲਾ ਪਾਣੀ ਕਿਉਂ ਨਹੀਂ ਨਿਕਲਿਆ? ਕਹਿੰਦਾ, ਮਹਾਰਾਜ ਤਾਂ ਕਮਲੇ ਨੂੰ ਵੀ ਪਤਾ ਥੱਲਾ ਨਹੀਂ ਹੈ ਬਾਲਟੀ ਨੂੰ। ਸੰਤ ਕਹਿੰਦੇ, ਆਇਆ ਤਾਂ ਜ਼ਰੂਰ ਹੈ ਸਾਡੀ ਸੰਗਤ ਵਿੱਚ, ਬਸ ਤੇਰੇ ਹਿਰਦੇ ਨੂੰ ਥੱਲਾ ਨਹੀਂ ਹੈ, ਮਨ ਡੋਲ ਰਿਹਾ ਤੇਰਾ। ਜਦ ਮਨ ਟਿਕੇਗਾ ਫਿਰ ਸਹਿਜੇ ਪ੍ਰਾਪਤੀ ਹੋਏਗੀ। ਤੂੰ ਮਨ ਨਹੀਂ ਟਿਕਾ ਕੇ ਲਿਆਇਆ, ਮਨ ਨੂੰ ਤੇਰੇ ਨੂੰ ਅੰਦਰ ਸੰਤੋਖ ਦਾ ਥੱਲਾ ਨਹੀਂ ਹੈ। ਤੇ ਧਰਮ ਗੁਰਮੁਖੋ ਸੰਤੋਖ ਬਿਨਾਂ ਨਹੀਂ ਟਿਕ ਸਕਦਾ। ਪਰਮਾਤਮਾ ਦਾ ਭਜਨ, ਸਿਮਰਨ, ਸੇਵਾ, ਨਾਮ ਜਪਣਾ, ਇਹ ਸੰਤੋਖੀ ਹਿਰਦਿਆਂ ਦਾ ਕੰਮ ਹੈ।
ਇਹ ਉਹਨਾਂ ਵਾਸਤੇ ਨਹੀਂ ਹੈ ਕਿ 2 ਜਪਜੀ ਸਾਹਿਬ ਦੇ ਪਾਠ ਕਰੇ, 10 ਅਰਦਾਸਾਂ ਕੀਤੀਆਂ, ਸਭ ਕੁਛ ਸੱਚੇ ਪਾਤਸ਼ਾਹ ਸਿੱੜਦੇ ਬੋਰੀਆਂ, ਜਿੰਨੇ ਪਾਠ ਹੋ ਗਏ ਉਨੀਆਂ ਰੁਪਈਆਂ ਦੀਆਂ। ਇਸ ਵਾਸਤੇ ਨਹੀਂ ਹੈ ਇਹ ਬਾਣੀ ਬਣੀ ਹੋਈ। ਮਹਾਰਾਜ ਤਾਂ ਕਹਿੰਦੇ ਨੇ ਸੁਖ ਪਾਵੋ ਸਹਿਜੇ ਵਸੋ, ਦਰਸ਼ਨ ਦੇਖ ਨਿਹਾਲ। ਸਤਪੁਰਸ਼ਾਂ ਦੀ ਸੰਗਤ ਵਿੱਚ ਜਾਵੇਂਗਾ ਤਾਂ ਮਨ ਟਿਕਾ ਕੇ ਜਾਈਂ। ਓਏ ਜਦੋਂ ਮਨ ਟਿਕ ਜੂਗਾ ਤੈਨੂੰ ਅੰਦਰੋਂ ਪ੍ਰਮਾਤਮਾ ਦਾ ਦਰਸ਼ਨ ਹੋਏਗਾ। ਫਿਰ ਅੱਗੇ ਸਤਿਗੁਰ ਕਹਿੰਦੇ ਢੇਰੀ ਜੰਮੈ ਜਮ ਮਰੈ, ਗਰਭ ਜੋਨ ਦੁਖ ਪਾਏ। ਮੋਹ ਮਗਨ ਲਪਟਤ ਰਹੈ, ਹਉ ਹਉ ਆਵੈ ਜਾਏ। ਸਤਿਗੁਰ ਕਹਿੰਦੇ ਪਹਿਲੀ ਗੱਲ ਤਾਂ ਇਹ ਹੈ ਕਿ ਦੁਨੀਆ ਦੇ ਵਿੱਚੋਂ ਹਜ਼ਾਰਾਂ ਨਹੀਂ ਕਰੋੜਾਂ ਚੋਂ ਇੱਕ ਅੱਧਾ ਹੈ ਜਿਹੜਾ ਸਾਰੀਆਂ ਢੇਰੀਆਂ ਢਾਹ ਕੇ ਰੱਬ ਨਾਲ ਜੁੜਦਾ, ਜਿਹੜਾ ਸੰਗਤ ਵਿੱਚ ਸਭ ਕੁਛ ਛੱਡ ਕੇ ਢੇਰੀਆਂ ਢਾਹ ਕੇ ਦੁਨੀਆ ਦੀਆਂ ਆਉਂਦਾ। ਪਹਿਲਾਂ ਤਾਂ ਆਪਦੀ ਹਉਮੈ ਦੀ ਢੇਰੀਏ ਛੱਡਣੀ ਔਖੀ ਹੈ ਕਿ ਮੈਂ ਬਹੁਤ ਵੱਡਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੜ੍ਹਨ ਵਾਲੇ, ਸੁਣਨ ਵਾਲੇ, ਨੇੜੇ ਰਹਿਣ ਵਾਲੇ, ਰੋਜ਼ ਸੇਵਾ ਕਰਨ ਵਾਲਿਆਂ ਤੋਂ ਇਹ ਢੇਰੀ ਨਹੀਂ ਢਾਹੀ ਜਾਂਦੀ। ਸੁਣਨ ਵਾਲਿਆਂ ਦੀ ਤਾਂ ਉਦੋਂ ਬਾਅਦ ਦੀ ਗੱਲ ਹੈ। ਸਾਡੇ ਅੰਦਰ ਤਾਂ ਹਉਮੈ ਇੱਥੋਂ ਤੱਕ ਭਰੀ ਹੋਈ ਹੈ, ਅਸੀਂ 20 ਦਿਨ ਗੁਰਦੁਆਰੇ ਚਲੇ ਜਾਈਏ ਸੋਚਣ ਲੱਗ ਜਾਂਦੇ ਹਾਂ ਮੇਰੇ ਬਾਅਦ ਮੇਰੇ ਬਿਨਾਂ ਕਾਹਨੂੰ ਚੱਲਣ ਵਾਲਾ ਹੈਗਾ ਇਹ ਤਾਂ ਸਦੀਆਂ ਦਾ ਬਣਿਆ ਹੋਇਆ। ਤੂੰ ਜੰਮਿਆ 50 ਸਾਲ ਦਾ, ਗੁਰਦੁਆਰਾ ਬਣੇ ਨੂੰ ਹੋ ਗਏ 200 ਸਾਲ 400, ਪਹਿਲਾਂ ਕਿਹਨੇ ਚਲਾਇਆ ਬਈ? ਹਉਮੈ ਦੀ ਢੇਰੀ ਤਾਂ ਉਹਨਾਂ ਤੋਂ ਨਹੀਂ ਛੱਡੀ ਜਾਂਦੀ ਜਿਹੜੇ ਆਪਣੇ ਆਪ ਨੂੰ ਗੁਰਮੁਖ ਕਹਾਉਂਦੇ ਨੇ, ਗਿਆਨੀ ਕਹਾਉਂਦੇ ਨੇ। ਬੜੇ ਬੜੇ ਗਿਆਨੀਆਂ 'ਚ ਗੁਮਾਨ ਦੇਖਿਆ ਮੈਂ। ਤੁਸੀਂ ਦੇਖਿਓ ਕਿਸੇ ਚੋਰ ਨੇ ਅੱਜ ਤੱਕ ਨਹੀਂ ਕਿਹਾ ਹੋਣਾ ਮੈਂ ਬਹੁਤ ਵੱਡਾ ਚੋਰ ਹਾਂ, ਕਿਉਂਕਿ ਹਉਮੈ ਕਾਹਦੀ ਕਰੇ, ਵਿਚਾਰੇ 'ਚ ਔਗਣ ਹੈ। ਕਿਸੇ ਗਿਆਨੀ ਨੂੰ ਮਾੜਾ ਜਿਹਾ ਕਹਿ ਦਿਓ ਤੁਹਾਡੇ ਵਰਗਾ ਗਿਆਨੀ ਨਹੀਂ ਹੋਣਾ, ਬਸ ਫਿਰ ਪੁਲ ਬੰਨ ਦੂ ਆਪਦੇ ਆਪੇ। ਛੱਡ ਨਹੀਂ ਨਾ ਸਕੇ, ਹਉਮੈ ਦੀ ਢੇਰੀ ਢਹੀ ਨਹੀਂ ਹੈ। ਢੇਰੀ ਜੰਮੈ ਜਮ ਮਰੈ। ਮਹਾਰਾਜ ਕਹਿੰਦੇ ਇਹ ਹੰਕਾਰ ਹੈ, ਇਸੇ ਕਰਕੇ ਮੁਕਤ ਨਹੀਂ ਹੁੰਦੇ, ਜੰਮਣ ਮਰਨ ਵਿੱਚ ਪੈ ਜਾਂਦੇ ਨੇ। ਗਰਭ ਜੋਨ ਦੁੱਖ ਪਾਏ, ਪਤਾ ਨਹੀਂ ਕਿੰਨੀਆਂ ਕੁ ਜੂਨੀਆਂ ਜਨਮ ਲੈ ਕੇ ਗਰਭ ਵਿੱਚ ਦੀ ਆਉਂਦੇ ਨੇ। ਫਿਰ ਅਗਲਾ ਵਚਨ ਸਤਿਗੁਰ ਕਹਿੰਦੇ ਮੋਹ ਮਗਨ ਲਪਟਤ ਰਹੈ। ਮੋਹ ਵਿੱਚ ਇੰਨਾ ਪੈ ਜਾਂਦਾ, ਸੰਸਾਰ ਦਾ ਮੋਹ ਛੱਡਣਾ ਤਿਆਗਣਾ ਬੜਾ ਔਖਾ ਹੈ, ਬਹੁਤ ਵੱਡਾ ਯੋਗ ਹੈ। ਮੋਹ ਮਗਨ ਲਪਟਤ ਰਹੈ, ਹਉ ਹਉ ਆਵੈ ਜਾਏ। ਮਹਾਰਾਜ ਕਹਿੰਦੇ ਬਸ ਹਉਮੈ ਨੇ ਤੇ ਮੋਹ ਨੇ ਦੋਨਾਂ ਨੇ ਗ੍ਰਸ ਲਿਆ, ਛੱਡਿਆ ਨਹੀਂ ਜਾਂਦਾ ਸੰਸਾਰ। ਅਰੇ ਬੜੇ ਬੜਿਆਂ ਤੋਂ ਨਹੀਂ ਛੱਡਿਆ ਜਾਂਦਾ, ਬੜੇ ਬੜੇ ਰਿਸ਼ੀਆਂ ਵਿੱਚ ਇਹ ਆ ਜਾਂਦਾ ਹੈ। ਜੜ ਭਰਥਰੀ ਬਹੁਤ ਵੱਡਾ ਯੋਗੀ ਸੀ, ਉਹਦਾ ਮੋਹ ਪੈ ਗਿਆ ਸੀ ਇੱਕ ਬੱਚੇ ਨਾਲ, ਹਿਰਨ ਦੇ ਛੋਟੇ ਜਿਹੇ ਬੱਚੇ ਨਾਲ। ਉਸੇ ਦੇ ਮੋਹ ਵਿੱਚ ਤੜਫ ਕੇ ਮਰ ਗਿਆ ਤੇ ਦੁਬਾਰਾ ਜਨਮ ਲੈਣਾ ਪਿਆ, ਤੜਫਦਾ ਰਿਹਾ, ਮੋਹ ਪੈ ਗਿਆ। ਜਿਹੜਾ ਯੋਗ ਹੈ ਕਈ ਦਫਾ ਇਸ ਤਰ੍ਹਾਂ ਹੁੰਦਾ ਹੈ, ਯੋਗ ਸ਼ਾਸਤਰ ਵਿੱਚ 44 ਪ੍ਰਕਾਰ ਦਾ ਯੋਗ ਲਿਖਿਆ। ਤੰਤਰ ਯੋਗ, ਮੰਤਰ ਯੋਗ, ਸਿੱਧੀ ਯੋਗ, ਸਹਿਜ ਯੋਗ, ਗ੍ਰਹਸਥ ਯੋਗ, ਨਿਰਵਾਣ ਯੋਗ, ਯੋਗ ਵੱਖਰੇ ਵੱਖਰੇ ਬਥੇਰੇ ਹੁੰਦੇ ਨੇ। ਧੀਆਂ ਪੁੱਤਰਾਂ ਗ੍ਰਸਤੀ ਹੋ ਕੇ ਵੀ ਨਿਰਮੋਹੀ ਹੁੰਦੇ ਨੇ, ਨਹੀਂ ਉਹਨਾਂ ਦਾ ਮੋਹ ਹੁੰਦਾ। ਬਥੇਰੇ ਹੁੰਦੇ ਨੇ ਘਰ ਪਰਿਵਾਰ ਸਾਰਾ ਕੁਝ ਛੱਡ ਦਿੰਦੇ ਨੇ, ਫਿਰ ਵੀ ਪਿੱਛੇ ਹੁੰਦੀ ਹੈ ਸੁਰਤੀ। ਸਭ ਕੁਛ ਤਿਆਗ ਕੇ ਵੀ ਮਨ ਨਹੀਂ ਟਿਕਦਾ, ਭਟਕਦਾ ਰਹਿੰਦਾ। ਸਾਡੇ ਭਾਰਤ ਦੇ ਵਿੱਚ ਇੱਕ ਮੰਨਿਆ ਪ੍ਰਮੰਨਿਆ ਰਾਜਾ ਹੋਇਆ ਜਿਹਦਾ ਨਾਮ ਰਾਜਾ ਨਿਰਮੋਹ ਹੋਇਆ।
ਉਹਦੇ ਉੱਤੇ ਇੱਕ ਰਾਜੇ ਨੂੰ ਸ਼ੰਕਾ ਪੈ, ਇੱਕ ਰਿਸ਼ੀ ਨੂੰ ਸ਼ੰਕਾ ਪੈ ਗਈ ਸੀ। ਪਰ ਉਹ ਰਾਜਾ ਹੋ ਕੇ ਵੀ, ਧੀਆਂ ਪੁੱਤਰਾਂ ਵਾਲਾ ਗ੍ਰਸਤੀ ਹੋ ਕੇ ਵੀ ਨਿਰਮੋਹੀ ਸੀ। ਰਿਸ਼ੀ ਸਭ ਕੁਝ ਤਿਆਗ ਕੇ ਜੰਗਲ ਬਨਵਾਸ ਵਿੱਚ ਕੁਟੀਆ ਬਣਾ ਕੇ ਰਹਿੰਦਾ ਸੀ, ਉੱਥੇ ਵੀ ਮੋਹ ਵਿੱਚ ਫਸਿਆ ਹੋਇਆ, ਪਿੱਛੇ ਸੁਰਤ ਹੈ। ਮਹਾਰਾਜ ਕਹਿੰਦੇ ਨੇ ਜਿਹੜੇ ਬੜੇ ਬੜੇ ਵਿਦਵਾਨ ਹੋ ਕੇ, ਬੜੇ ਬੜੇ ਗਿਆਨੀ ਹੋ ਕੇ, ਬੜੇ ਬੜੇ ਤਤ ਬੇਤੇ ਕਹਾਉਣ ਵਾਲੇ ਵੀ ਇਸ ਮੋਹ ਵਿੱਚ ਫਸ ਜਾਂਦੇ ਨੇ। ਅਹੰਕਾਰ ਤੇ ਮੋਹ ਦੋਨਾਂ ਵਿੱਚ ਇੰਨੇ ਮਗਨ ਹੋ ਜਾਂਦੇ ਨੇ, ਬਸ ਹਉਮੈ ਮੈਂ ਮੇਰੀ ਮੇਰਾ ਕਰਦੇ ਮਰਦੇ ਨੇ ਤੇ ਜੰਮਦੇ ਨੇ। ਫਿਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੁੱਛਿਆ, ਸਤਿਗੁਰ ਇਹਦਾ ਹੱਲ ਕੀ ਹੈ? ਮਹਾਰਾਜ ਕਹਿੰਦੇ ਬਸ ਇੱਕੋ ਹੀ ਚੀਜ਼ ਹੈ, ਟਹਿਤ ਟਹਿਤ ਅਬ ਢਹਿ ਪਏ, ਸਾਧ ਜਨਾ ਸਰਨਾਏ। ਡਿੱਗਦਾ ਡਿੱਗਦਾ ਮੋਹ ਦੀਆਂ ਠੇਡਿਆਂ ਨਾਲ ਇੱਕ ਦਿਨ ਜਾ ਕੇ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਡਿੱਗ ਪਏ। ਬਸ ਤੇਰੇ ਬੰਧਨ ਕੱਟ ਦੇਣਗੇ। ਦੁੱਖ ਕੇ ਫਾਹੇ ਕਾਟਿਆਂ ਨਾਨਕ ਲੀਏ ਸਮਾਏ। ਸਾਰਾ ਕੁਝ ਛੱਡ ਕੇ, ਸਾਰੀ ਮਮਤਾ, ਸਾਰੀ ਹੰਗਤਾ, ਸਾਰਾ ਮੋਹ, ਸਾਰੀ ਹੰਕਾਰ ਨੂੰ ਪਿੱਛੇ ਸਿੱਟ ਕੇ ਇੱਕ ਵਾਰ ਰੱਬ ਦੇ ਪਿਆਰਿਆਂ ਦੀ ਸ਼ਰਨ ਵਿੱਚ ਜਾ ਕੇ ਡਿੱਗ, ਤੇਰੇ ਸਾਰੇ ਫਾਹੇ ਕੱਟ ਦੇਣਗੇ। ਦੁੱਖ ਕੇ ਫਾਹੇ ਕਾਟਿਆਂ ਨਾਨਕ ਲੀਏ ਸਮਾਏ। ਮਹਾਰਾਜ ਜੀ ਦਾ ਇਹ ਬਚਨ ਹੈ। ਉਹ ਭਾਈ ਇਸ ਢੇਰੀ ਦੇ ਮੋਹ ਵਿੱਚੋਂ, ਇਸ ਸੰਸਾਰ ਦੇ ਮੋਹ ਵਿੱਚੋਂ ਜੇ ਨਿਕਲਣਾ ਤਾਂ ਸੰਗਤ ਕਰ ਰੱਬ ਦੇ ਪਿਆਰਿਆਂ ਦੀ, ਤੈਨੂੰ ਨਿਰਮੋਹੀ ਹੋਣ ਦੀ ਜੁਗਤ ਸਿਖਾ ਦੇਣਗੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਹੀ ਉੱਤਮ ਤੇ ਪਵਿੱਤਰ ਬਚਨਾਂ ਨਾਲ ਸਾਨੂੰ ਸਮਝਾਉਂਦੇ ਨੇ, ਬਖਸ਼ਿਸ਼ ਕਰਦੇ ਨੇ, ਰਹਿਮਤ। ਅਸੀਂ ਇਸ ਗੱਲ ਨੂੰ ਸਮਝਣ ਦਾ ਯਤਨ ਕਰਨੇ ਗੁਰਮੁਖੋ। ਅਸੀਂ ਸਿੱਖਣਾ। ਜਦ ਵੀ ਸੰਗਤ ਵਿੱਚ ਆਓ, ਬੜੇ ਬੜੇ ਇਕੱਠਾਂ ਨਾਲ ਸੰਗਤ ਨਹੀਂ ਬਣਦੀ ਹੁੰਦੀ। ਸੰਗਤ ਉਦੋਂ ਹੁੰਦੀ ਹੈ ਜਦ ਅਸੀਂ ਗੁਰੂ ਦੀ ਗੱਲ ਮੰਨਦੇ ਹਾਂ। ਹਜ਼ਾਰਾਂ ਬੰਦਾ ਇਕੱਠਾ ਕਰ ਲਓ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੋਈ ਕਥਾ ਵਾਚਕ ਕੀਰਤਨੀਆ ਰੱਬ ਦਾ ਪਿਆਰਾ ਰੱਬ ਦੀ ਗੱਲ ਪਿਆ ਸੁਣਾਉਂਦਾ ਤੇ ਸੁਣਦਾ ਕੋਈ ਨਹੀਂ, ਫਿਰ ਸੰਗਤ ਨਹੀਂ ਹੋਈ। ਸੰਗਤ ਤਾਂ ਮਿਲਣ ਨੂੰ ਕਹਿੰਦੇ ਨੇ। ਸੰਗਤ ਸਵੈਂਗਤ। ਸੰਗਤ ਦਾ ਮਤਲਬ ਹੈ ਜਿੱਥੇ ਬੈਠ ਕੇ ਤੈਨੂੰ ਆਪਣਾ ਆਪ ਭੁੱਲ ਜੇ ਤੇ ਵਾਹਿਗੁਰੂ ਯਾਦ ਆ ਜੇ, ਉਹੀ ਸੰਗਤ ਹੈ। ਸਵੈਮਤਾ ਕਹਿੰਦੇ ਨੇ ਆਪਣੇ ਆਪ ਨੂੰ, ਗਤ ਕਹਿੰਦੇ ਨੇ ਜਾਣ ਨੂੰ। ਤੇਰੇ ਚੋਂ ਤੇਰਾ ਆਪਾ ਨਿਕਲ ਜਾਵੇ, ਇਹੀ ਡੈਫੀਨੇਸ਼ਨ ਹੈ ਸੰਗਤ ਦੀ, ਸਵੈਂਗਤ। ਇਸ ਲਈ ਭਾਈ ਸਤਿਗੁਰਾਂ ਦੇ ਇਹਨਾਂ ਬਚਨਾਂ ਨੂੰ ਮੰਨ ਕੇ, ਕਮਾ ਕੇ, ਹਿਰਦੇ 'ਚ ਧਾਰਨ ਕਰਕੇ ਆਪਾਂ ਜੀਵਨ ਨੂੰ ਉੱਤਮ ਤੇ ਪਵਿੱਤਰ ਕਰਨਾ। ਸੰਸਾਰ ਰੂਪੀ ਘਰ ਸਾਡਾ ਜਿਹੜਾ ਹੈ ਇਹ ਕੱਚਾ ਹੈ। ਪਰਮਾਤਮਾ ਜਿਹੜਾ ਹੈ ਉਹ ਸਾਡਾ ਪੱਕਾ ਘਰ ਹੈ। ਮਨ ਨੂੰ ਪਰਮਾਤਮਾ ਦੀ ਸ਼ਰਨ ਵਿੱਚ, ਸਾਧੂਆਂ ਦੀ ਸੰਗਤ ਵਿੱਚ, ਸੇਵਾ ਵਿੱਚ ਲਾ ਕੇ ਤਨ ਤਾਂ ਆਪਣੀ ਯਾਤਰਾ ਕਰੇ ਰਿਹਾ, ਤਨ ਨੇ ਤਾਂ ਇੱਕ ਦਿਨ ਜਾਏ ਮੁੱਕਣਾ। ਆਪਾਂ ਮਨ ਦੀ ਯਾਤਰਾ ਮੁਕਾਉਣੀ ਹੈ, ਮਨ ਦੀ ਭਟਕਣਾ ਮੁਕਾਉਣੀ ਹੈ। ਸਤਿਪੁਰਸ਼ਾਂ ਦੀ ਸੰਗਤ ਕਰਕੇ ਆਓ ਹੁਣ ਸਤਿਗੁਰਾਂ ਦੇ ਪਾਵਨ ਚਰਨਾਂ ਦਾ ਧਿਆਨ ਧਰੀਏ। ਪਵਿੱਤਰ ਪਾਵਨ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਸਮਾਂ ਬਖਸ਼ਿਸ਼ ਦੇ ਕਰਦੇ ਰਹਿਣ। ਹਰ ਰੋਜ਼ ਅੰਮ੍ਰਿਤਮਈ ਬਾਣੀ ਨੂੰ ਪੜ੍ਹਨ ਦਾ, ਵਿਚਾਰਨ ਦਾ ਯਤਨ ਸਤਿਗੁਰ ਇਸੇ ਤਰ੍ਹਾਂ ਬਖਸ਼ਿਸ਼ ਕਰਦੇ ਰਹਿਣ। ਮਹਾਰਾਜ ਦੇ ਪਾਵਨ ਚਰਨਾਂ ਦਾ ਧਿਆਨ ਧਰ ਕੇ ਪਿਆਰ ਨਾਲ ਸ਼ਲੋਕ ਪੜ੍ਹੀਏ। ਲੋਕ ਸੁਖੀਏ, ਪਰਲੋਕ ਸੁਹੇਲੇ ਬਣਾਈਏ। ਸ਼ਲੋਕ ਪਵਨ ਗੁਰੂ ਪਾਣੀ, ਪਿਤਾ ਮਾਤਾ ਧਰਤ ਮਹੱਤ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ
ਬਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੇ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।